ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਮੈਂ ਨਾਹੀ ਕਿਛ ਹੋ ਨਾਹੀ, ਕਿਛ ਆਹੇ ਨਾ ਮੋਰਾ। ਅਵਸਰ ਲਜਾ ਰਾਖ ਲਿਓ, ਸਦਨਾ ਜਨ ਤੋਰਾ। ਅਵਸਰ ਲਜਾ ਰਾਖ ਲਿਓ, ਸਦਨਾ ਜਨ ਤੋਰਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਨੌਵਾਂ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ। ਬਿਨ ਸਤ ਲਗਤ ਨ ਵਾਰ, ਰੇ ਨਰ ਇਹ ਸਾਚੀ ਜੀ ਧਾਰ। ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨ ਵਾਰ। ਰਹਾਉ ਬਾਰੂ ਪੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ। ਤੈਸੇ ਹੀ ਇਹ ਸੁਖ ਮਾਇਆ ਕੇ, ਉਰਜੋ ਸਦ ਕਹਾਂ ਗਵਾਰ। ਅਜਹੂ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹਿ ਪੁਕਾਰ। ਅਜਹੂ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹਿ ਪੁਕਾਰ। ਵਾਹਿਗੁਰੂ 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 ਵਾਹਿਗੁਰੂ। ਤਨ ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ। ਵਾਹਿਗੁਰੂ ਜੀ
ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ, ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ, ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ, ਸੇਵਾ ਸਿਮਰਨ ਕਰ, ਸਤਿਗੁਰਾਂ ਦੇ ਦਰ ਨਤਮਸਤਕ ਹੋ। ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧੰਨਤਾ ਦੇ ਯੋਗ, ਚਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ, ਗਿਆਨ ਗੁਰੂ, ਸ਼ਬਦ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਕੀ ਬਖਸ਼ਿਸ਼ ਰਹਿਮਤ ਦਾ ਲਈਏ ਲਾਹਾ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਧਰੋ ਸਤਿਗੁਰਾਂ ਦੇ ਚਰਨਾਂ ਦਾ ਧਿਆਨ। ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਈਏ, ਮੁਬਾਰਕ ਰਸਨਾ ਪਵਿੱਤਰ ਕਰੀਏ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਕਰੋ ਸਿਰਤ ਵਿਰਤ ਆਕਾਗਰ, ਦੋਨੋਂ ਹੱਥ ਜੋੜ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਬੇਅੰਤਤਾ। ਇਸ ਬਾਣੀ ਦੀ ਵਰਣਨ ਨਹੀਂ ਕੀਤੀ ਜਾ ਸਕਦੀ। ਇਸ ਪਾਵਨ ਬਾਣੀ ਦੇ ਨਾਲ ਪੜ੍ਹਨ ਅਤੇ ਸੁਣਨ ਦੇ ਨਾਲ ਅਨੇਕਾਂ ਜੀਵਾਂ ਦਾ ਉਧਾਰ ਹੋਇਆ, ਅਨੇਕਾਂ ਪਾਪੀਆਂ ਦੇ ਪਾਪ ਖੰਡੇ ਗਏ, ਅਨੇਕਾਂ ਹੀ ਡੁੱਬਦੇ ਤਰ ਗਏ, ਜਿਨ੍ਹਾਂ ਨੂੰ ਸੰਸਾਰ ਵਿੱਚ ਪਾਪੀ, ਵਿਭਚਾਰੀ, ਤਿਆਦਕ, ਮੂਰਖ, ਮੁਗਧ ਬੜਾ ਕੁਝ ਸੰਸਾਰ ਸਮਾਜ ਨੇ ਕਿਹਾ, ਪਰ ਉਹਨਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਮਿਲਾਪ ਹੋਇਆ ਅਤੇ ਸਭ ਦਾ ਜੀਵਨ ਹੈ ਜਿਹੜਾ ਉਧਾਰ ਕਰ ਦਿੱਤਾ, ਭਲਾ ਕਰ ਦਿੱਤਾ ਸਭ ਦਾ। ਬੁਰੇ ਕਰਮਾਂ ਤੋਂ ਕੱਢ ਕੇ ਸ਼ੁਭ ਕਰਮਾਂ ਦੇ ਵਿੱਚ ਲਾ ਦਿੱਤੇ। ਇਹ ਕੇਵਲ ਬਾਣੀ ਹੀ ਤਾਕਤਮਈ ਹੈ, ਜਿਹਦੇ ਬੋਲਾਂ ਦੇ ਨਾਲ ਕੁੱਲ ਕਾਇਨਾਤ ਮਨੁੱਖਤਾ ਦਾ ਭਲਾ ਹੁੰਦਾ। ਜਿੱਥੇ ਮਨੁੱਖਤਾ ਦੀ ਗੱਲ ਆ, ਉੱਥੇ ਸਤਿਗੁਰਾਂ ਨੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਇਹ ਪਾਵਨ ਬਾਣੀ ਪਸ਼ੂ ਪੰਛੀਆਂ ਦਾ ਵੀ ਉਧਾਰ ਕਰਦੀ ਹੈ। ਇਹ ਗੁਰਬਾਣੀ ਪਸ਼ੂ ਪੰਛੀਆਂ ਤੱਕ ਦਾ ਵੀ ਉਧਾਰ ਕਰਦੀ ਹੈ। ਤੇ ਦੂਸਰੀ ਗੱਲ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਦੂਸਰਾ ਕਨਸੈਪਟ ਹੈ ਸੇਵਾ ਦਾ। ਜੇ ਕੋਈ ਸੇਵਾ ਤਨ ਮਨ ਧਨ ਦੇ ਨਾਲ ਕਰੇ ਤਾਂ ਸੰਗਤ ਜੀ ਉਹ ਵੀ ਕਿਸੇ ਤਰ੍ਹਾਂ ਵਿਰਭਾ ਨਹੀਂ ਰਹਿੰਦਾ, ਉਹ ਵੀ ਮਨ ਵਾਂਛਿਤ ਫਲ ਪ੍ਰਾਪਤ ਕਰ ਲੈਂਦਾ ਹੈ। ਕਿਸੇ ਪਰਿਵਾਰ ਦੀ ਕੋਈ ਗੁਰਮੁਖ ਪਿਆਰਾ ਗੱਲ ਸੁਣਾ ਰਿਹਾ ਸੀ, ਹੱਡਬੀਤੀ। ਉਹ ਗੁਰਮੁਖ ਪਰਿਵਾਰ ਦੇ ਘਰ ਕੋਈ ਨਿੱਜੀ ਬੰਦਾ ਸੀ ਜੋ ਕਿ ਦਿਨ ਰਾਤ ਦਾ ਸ਼ਰਾਬੀ ਸੀ, ਬਹੁਤ ਹੀ ਉਸਨੇ ਨਸ਼ਾ ਕਰਨਾ ਅਤੇ ਬੱਚਿਆਂ ਨੇ ਉਹ ਤੋਂ ਡਰਦੇ ਰਹਿਣਾ ਵੀ ਜੇ ਸੁੱਖ ਸ਼ਾਂਤ ਨਾਲ ਘਰੇ ਆ ਜਾਏ, ਰੋਟੀ ਖਾ ਲਏ ਅਤੇ ਪੈ ਜਾਏ ਵਧੀਆ। ਕਿਉਂ ਜਦੋਂ ਕਿਸੇ ਦੇ ਜੀਵਨ ਵਿੱਚ ਇਫੈਕਟ ਆ ਜਾਏ, ਖੋਟ ਆ ਜਾਏ, ਫਿਰ ਉਹ ਜੋ ਮਨ ਭਾਉਂਦਾ ਉਹੀ ਕਰਦਾ।
ਸੰਗਤ ਜੀ ਉਸਨੇ ਪੂਰੇ ਪਰਿਵਾਰ ਨੂੰ ਬੜਾ ਸਤਾਇਆ ਹੋਇਆ ਸੀ। ਕਹਿੰਦੇ ਕੁਦਰਤੀ ਪਰਮਾਤਮਾ ਦੀ ਕਿਰਪਾ ਹੋਈ, ਉਹਨਾਂ ਦੇ ਹੀ ਗੁਆਂਢ ਨਗਰ ਦੇ ਵਿੱਚ ਸਮਾਗਮ, ਜਿੱਥੇ ਬਹੁਤ ਸਾਰੇ ਸੰਤ ਮਹਾਂਪੁਰਸ਼ ਗੁਣੀ ਗਿਆਨੀਆਂ ਨੇ ਆ ਕੇ ਪਰਮਾਤਮਾ ਦਾ ਜਸ, ਗੁਰੂ ਦੀ ਵਡਿਆਈ ਕਰਨੀ ਸੀ। ਉਸ ਪਰਿਵਾਰ ਦੇ ਰਿਸ਼ਤੇਦਾਰ ਪਹੁੰਚੇ ਤੇ ਉਹਨਾਂ ਨੇ ਕਿਹਾ, ਤੁਹਾਡੇ ਗੁਆਂਢ ਪਿੰਡ ਸਮਾਗਮ ਹੋ ਰਿਹਾ, ਤੁਸੀਂ ਕੋਈ ਜਾਣ ਦੀ ਤਿਆਰੀ ਨਹੀਂ ਕੀਤੀ, ਅਸੀਂ 100 ਕਿਲੋਮੀਟਰ ਤੋਂ ਤੁਹਾਡੇ ਕੋਲ ਆ ਗਏ ਸਮਾਗਮ ਦਾ ਕਰਕੇ। ਉਹ ਕਹਿਣ ਲੱਗੇ, ਕੀ ਰੱਖਿਆ ਸਮਾਗਮਾਂ ਦੇ ਵਿੱਚ, ਇਹ ਤਾਂ ਚੱਲਦੇ ਹੀ ਰਹਿੰਦੇ ਨੇ, ਸਾਡੇ ਤੇ ਏਰੀਏ 'ਚ ਰੋਜ਼ ਹੀ ਸਮਾਗਮ ਹੁੰਦੇ ਨੇ, ਅਸੀਂ ਤਾਂ ਨਹੀਂ ਜਾਂਦੇ। ਹੁਣ ਉਹ ਜੋ ਨਸ਼ਈ ਵੀਰ ਸੀ, ਉਹਦੇ ਘਰਵਾਲੀ ਕਹਿਣ ਲੱਗੀ, ਵੀਰ ਜੀ ਜਾਣ ਨੂੰ ਤੇ ਕੀ ਹੈ, ਵਗ ਜਾਈਏ, ਪਰ ਗੱਲ ਇਹ ਹੈ ਵੀ ਇਹਦਾ ਸੁਭਾਅ ਨਹੀਂ, ਇਹ ਜਾਂਦਾ ਨਹੀਂ ਤੇ ਜਾਣ ਵੀ ਨਹੀਂ ਦਿੰਦਾ। ਤਾਂ ਸੰਗਤ ਜੀ ਉਹਨਾਂ ਦੇ ਕਹਿਣ ਸੁਣਨ 'ਤੇ ਉਹਨਾਂ ਨੇ ਉਹਨਾਂ ਨੂੰ ਰਾਜੀ ਕਰ ਲਿਆ। ਕਹਿਣ ਲੱਗੇ ਵੀ ਚਲੋ ਤੂੰ ਨਸ਼ਾ ਕੀਤਾ ਹੋਇਆ, ਤੂੰ ਗਾਹਾਂ ਨਾ ਜਾਈਂ, ਪਿੱਛੇ ਪਾਰਕਿੰਗ 'ਚ ਗੱਡੀ ਕੋਲੇ ਰੁਕ ਜਾਈਂ। ਕਹੇ ਸੁਣੇ ਤੋਂ ਰਿਸ਼ਤੇਦਾਰਾਂ ਦੇ ਉਸ ਬੰਦੇ ਨੇ ਹਾਂ ਕਰ ਦਿੱਤੀ ਤੇ ਨਾਲ ਚੱਲ ਪਿਆ। ਜੋੜੇ ਘਰ ਸਤਿਗੁਰਾਂ ਦੇ ਪ੍ਰਕਾਸ਼ ਤੋਂ ਕਾਫੀ ਦੂਰ ਬਣਿਆ ਹੋਇਆ ਸੀ। ਉਸਨੇ ਵਿਚਾਰ ਕਰਨ ਵਾਲੇ ਨੇ ਦੱਸਿਆ ਵੀ ਉਸਨੇ ਕੋਈ ਲਾਚੀਆਂ ਲੂਚੀਆਂ ਜਾਂ ਕੋਈ ਹੋਰ ਚੀਜ਼ਾਂ ਦਾ ਸੇਵਨ ਕੀਤਾ ਵੀ ਜਿਹਦੇ ਨਾਲ ਇਹ ਕੌੜੇ ਪਾਣੀ ਦੀ ਸਮੈਲ ਨਾ ਆਵੇ। ਤਾਂ ਸੰਗਤ ਜੀ ਉੱਥੇ ਬੈਠਿਆ ਸਭ ਕੁਝ ਦੇਖ ਰਿਹਾ ਤੇ ਸਮਾਗਮ ਸ਼ੁਰੂ ਹੋ ਗਿਆ। ਸਮਾਗਮ ਦੇ ਵਿੱਚ ਵਿਚਾਰ ਚੱਲ ਪਈ ਨਸ਼ੇ ਵਿਸ਼ਿਆਂ ਦੀ, ਵੀ ਇਹ ਜਿਹੜੇ ਨਸ਼ੇ ਨੇ ਨਾਲੇ ਤਾਂ ਸਰੀਰ ਗਾਲਦੇ ਨੇ, ਨਾਲੇ ਘਰ ਪਰਿਵਾਰ ਦੇ ਵਿੱਚ ਬੰਦੇ ਦੀ ਇੱਜ਼ਤ ਨਹੀਂ ਰਹਿੰਦੀ, ਮੋਹ ਨਹੀਂ ਰਹਿੰਦਾ, ਬੱਚੇ ਵੀ ਦੂਰ ਹੋ ਕੇ ਬਹਿੰਦੇ ਨੇ। ਇਸ ਤਰ੍ਹਾਂ ਦੀਆਂ ਜਦੋਂ ਬਹੁਤ ਸਾਰੀਆਂ ਵਿਚਾਰਾਂ ਹੋਈਆਂ, ਉਸ ਬੰਦੇ ਨੂੰ ਵਿਚਾਰਾਂ ਟੁੰਬ ਗਈਆਂ। ਉਸ ਦਿਨ ਸਤਿਗੁਰੂ ਦੇ ਅੱਗੇ ਲੰਮਾ ਪੈ ਕੇ ਮਾਫੀ ਮੰਗੀ, ਦੂਰੋਂ ਹੀ, ਸਤਿਗੁਰੂ ਜੀ ਮੈਨੂੰ ਬਖਸ਼ ਦਿਓ। ਅਗਲੀ ਸਵੇਰ ਹੋਈ, ਕਹਿਣ ਲੱਗਾ, ਦੇਖੋ ਜਿੰਨਾ ਮੇਰੇ ਜੀਵਨ ਦਾ ਉਰਾਂ ਪਰਾਂ ਦਾ ਖਾਣਾ ਪੀਣਾ ਸੀ ਸਾਰਾ ਪੂਰਾ ਹੋ ਗਿਆ ਤੇ ਮੈਂ ਹੁਣ ਅੰਮ੍ਰਿਤ ਛਕਣਾ। ਜਾਂ ਤਾਂ ਮੈਨੂੰ ਅੱਜ ਅੰਮ੍ਰਿਤ ਛਕਾ ਕੇ ਲਿਆਓ। ਉਹ ਸਾਰੇ ਕਹਿਣ, ਅੱਜ ਅੰਮ੍ਰਿਤ ਕਿਵੇਂ ਛਕੇਗਾ ਤੂੰ, ਅੰਮ੍ਰਿਤ ਪਰਸੋਂ ਛਕਾਇਆ ਜਾਣਾ, ਇਸੇ ਸਮਾਗਮ 'ਚ ਹੀ ਛਕ ਲਈ। ਫਿਰ ਜੇ ਮਨ ਬਣਦਾ ਵੀ ਆ, ਪਹਿਲੀ ਗੱਲ ਤਾਂ ਤੂੰ ਹਜੇ ਮਹੀਨਾ 2 ਮਹੀਨੇ ਦੇਖ ਮਨ ਟਿਕਦਾ ਕਿ ਨਹੀਂ। ਕਹਿੰਦਾ ਬਸ ਮਨ ਟਿਕ ਗਿਆ, ਛਕਣਾ ਤੇ ਅੰਮ੍ਰਿਤ ਹੀ ਛਕਣਾ। ਸੰਗਤ ਜੀ ਉਸੇ ਸਮਾਗਮ ਦੇ ਵਿੱਚ ਉਸ ਬੰਦੇ ਨੇ ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਬਣ ਗਿਆ ਤੇ ਘਰ ਪਰਿਵਾਰ ਦੇ ਵਿੱਚ ਜਿੰਨੀ ਵੀ ਕਹਿ ਲਓ ਵੀ ਬਿਮਾਰੀ ਸ਼ਮਾਰੀ ਸੀ, ਜਿੰਨਾ ਵੀ ਖੋਟ ਸੀ, ਸਾਰਾ ਗੁਰੂ ਸਾਹਿਬ ਨੇ ਅੰਮ੍ਰਿਤ ਛਕਣ ਤੋਂ ਬਾਅਦ ਸਾਰੇ ਬਿਮਾਰੀਆਂ ਹੀ ਘਰੋਂ ਕੱਢ ਦਿੱਤੀਆਂ। ਤੇ ਸੰਗਤ ਜੀ ਜੇ ਮਨੁੱਖ ਮਨ ਕਰਕੇ ਗੁਰੂ ਦੇ ਨਾਲ ਜੁੜ ਜਾਏ, ਮਨ ਕਰਕੇ ਬਾਣੀ ਨੂੰ ਸੁਣੇ, ਮਨ ਕਰਕੇ ਬਾਣੀ ਨੂੰ ਪੜ੍ਹੇ, ਤਾਂ ਗੁਰੂ ਸਾਹਿਬ ਉਸ ਨੂੰ ਕਿਸੇ ਵੀ ਚੀਜ਼ ਤੋਂ ਵਿਰਭਾ ਨਹੀਂ ਰੱਖਦੇ। ਪਰ ਸੱਚ ਦੇ ਨਾਲ ਜੁੜਨਾ ਪੈਂਦਾ। ਜਿਵੇਂ 633 ਅੰਗ ਤੇ ਸੋਰਠ ਰਾਗ ਦੇ ਵਿੱਚ ਅੱਜ ਦੇ ਮੁਬਾਰਕ ਹੁਕਮਨਾਮਿਆਂ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ 9ਵੇਂ ਪਾਤਸ਼ਾਹ ਕਹਿ ਰਹੇ ਨੇ, ਸੋਰਠ ਮਹੱਲਾ 9ਵਾਂ। 9ਵੇਂ ਪਾਤਸ਼ਾਹ ਪਾਵਨ ਬਾਣੀ ਨੂੰ ਉਚਾਰਨ ਕਰਦੇ ਆ, ਰੇ ਨਰ ਇਹ ਹੈ ਸਾਚੀ ਜੀ ਧਾਰ। ਗੁਰੂ ਸਾਹਿਬ ਫਰਮਾਉਂਦੇ ਆ, ਇਹ ਮਨੁੱਖ, ਇਹ ਪ੍ਰਾਣੀ, ਤੈਨੂੰ ਮੈਂ ਇੱਕ ਸੱਚ ਦੀ ਗੱਲ ਦੱਸਾਂ, ਉਸ ਗੱਲ ਨੂੰ, ਉਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਟਿਕਾ, ਉਹਨੂੰ ਆਪਣੇ ਜੀਵਨ ਵਿੱਚ ਧਾਰ। ਧਾਰ ਤੋਂ ਭਾਵ ਇਹੀ ਹੈ ਵੀ ਮੈਂ ਧਾਰਨ ਕਰ ਲਿਆ ਪੱਕੇ ਤੌਰ 'ਤੇ, ਮੈਂ ਹੁਣ ਇਸ ਤੋਂ ਬਿਨਾਂ ਰਹਿ ਨਹੀਂ ਸਕਦਾ। ਭਾਵ ਇਹ ਮੇਰਾ ਨੇਮ ਹੈ, ਮੈਂ ਗੁਰੂ ਧਾਰਨ ਕਰ ਲਿਆ। ਮੇਰਾ ਨੇਮ ਹੈ, ਮੈਂ ਬਾਣੀ ਪੜ੍ਹਦਾ। ਮੇਰਾ ਨੇਮ ਹੈ, ਮੈਂ ਸੇਵਾ ਕਰਦਾ। ਬਸ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ, ਇਸ ਨੂੰ ਕਹਿੰਦੇ ਨੇ ਧਾਰ। ਮਨ ਵਿੱਚ ਜੋ ਧਾਰ ਲਿਆ ਉਹ ਕਰਦੇ ਰਹਿਣਾ। ਗੁਰੂ ਸਾਹਿਬ ਕਹਿੰਦੇ ਤੂੰ ਮਨ ਦੇ ਵਿੱਚ ਕੀ ਧਾਰਿਆ ਹੋਇਆ, ਰੇ ਨਰ ਇਹ ਸਾਚੀ ਜੀ ਧਾਰ। ਇਹ ਨਰ, ਇਹ ਮਨੁੱਖ ਸੱਚੀ ਧਾਰ ਆਪਣੇ ਮਨ ਦੇ ਵਿੱਚ, ਸੱਚ ਨੂੰ ਥਾਂ ਦੇ।
ਝੂਠ ਨੇ ਨਾਲ ਨਹੀਂ ਜਾਣਾ। ਇਹ ਸਭ ਇੱਥੇ ਹੀ ਰਹਿ ਜਾਣਾ, ਝੂਠ ਦਾ ਪਸਾਰਾ ਖਿਲਾਰਾ। ਇਸ ਕਰਕੇ ਸੱਚ ਨੂੰ ਜਗ੍ਹਾ ਦੇ ਆਪਣੇ ਜੀਵਨ ਵਿੱਚ, ਸੱਚ ਦੇ ਨਾਲ ਜੁੜ, ਸੱਚ ਕਮਾਇਆ ਕਰ। ਜਦੋਂ ਸੱਚ ਦੇ ਨਾਲ ਜੁੜੇਗਾ ਫਿਰ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਫਿਰ ਸਾਰੀਆਂ ਇੱਛਾਵਾਂ ਹੀ ਪੂਰੀਆਂ ਹੋ ਜਾਂਦੀਆਂ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ, ਸਾਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਵਾਰ। ਗੁਰੂ ਸਾਹਿਬ ਫਰਮਾਉਂਦੇ ਹਨ, ਕਹਿੰਦੇ ਸੱਚੀ ਗੱਲ ਆਪਣੇ ਜੀਵਨ ਵਿੱਚ ਧਾਰਨ ਕਰ ਲੈ। ਉਹ ਸੱਚੀ ਗੱਲ ਕੀ ਹੈ? ਸਾਗਲ ਜਗਤ ਹੈ ਜੈਸੇ ਸੁਪਨਾ। ਜਿਵੇਂ ਇਹ ਸਾਰਾ ਸੰਸਾਰ ਤੂੰ ਵੇਖ ਰਿਹਾ ਨਾ, ਇਹ ਸੁਪਨੇ ਦੀ ਨਿਆਈ ਹੈ। ਬਿਨਸਤ ਲਗਤ ਨਾ ਵਾਰ, ਇਸ ਨੂੰ ਬਿਨਸਦਿਆਂ ਖਤਮ ਹੁੰਦਿਆਂ ਬਹੁਤਾ ਸਮਾਂ ਨਹੀਂ ਲੱਗਦਾ। ਇਹ ਅੱਖ ਝਪਕਣ ਜਿਤਨੇ ਸਮੇਂ ਵਿੱਚ ਵੀ ਮਿਟ ਸਕਦਾ ਹੈ, ਖਤਮ ਹੋ ਸਕਦਾ ਹੈ। ਆ ਪਿੱਛੇ ਜੇ ਬਹੁਤ ਵੱਡਾ ਸਮੁੰਦਰ ਦੇ ਵਿੱਚ ਉਛਾਲ ਆਇਆ ਸੀ ਨਾ, ਉਹਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਬਹੁਤ ਸਾਰੇ ਸਾਧਨ ਆਪਣੀ ਲਪੇਟ ਵਿੱਚ ਲੈ ਲਏ। ਬਹੁਤ ਸਾਰੀਆਂ ਬਿਲਡਿੰਗਾਂ, ਘਰ, ਰੁੱਖ, ਪਸ਼ੂ ਪੰਛੀ, ਮਨੁੱਖ, ਬਹੁਤ ਕੁਝ ਉਹਨੇ ਆਪਣੇ ਚਪੇਟ ਵਿੱਚ ਲੈ ਕੇ ਖਤਮ ਕਰ ਦਿੱਤਾ। ਕਿੰਨਾ ਕੁ ਟਾਈਮ ਲੱਗਿਆ? ਕਹਿੰਦੇ ਸਾਰਾ ਉਹ 15-20 ਮਿੰਟਾਂ ਦਾ ਦ੍ਰਿਸ਼ ਸੀਗਾ, ਅਤੇ 15-20 ਮਿੰਟਾਂ ਨੇ ਬਹੁਤ ਸਾਰੇ ਏਰੀਏ ਦਾ ਨੁਕਸਾਨ ਕਰ ਦਿੱਤਾ। ਅਤੇ ਹੋਇਆ ਕਿਵੇਂ? ਸਤਿਗੁਰੂ ਜੀ ਕਹਿੰਦੇ ਬਿਨਸਤ ਲਗਤ ਨਾ ਵਾਰ, ਬਿਨਸਦਿਆਂ ਵਾਰ ਟਾਈਮ ਨਹੀਂ ਲੱਗਦਾ। ਇਹ ਤੇ ਉਹ ਪਰਮਾਤਮਾ ਚਾਹੇ ਤੇ ਸਭ ਕੁਝ ਸਹੀ ਸਲਾਮਤ ਚੱਲਦਾ ਰਹਿੰਦਾ। ਜਿਸ ਦਿਨ ਉਸ ਨੇ ਇਸ ਬ੍ਰਹਿਮੰਡ ਨੂੰ ਸਮੇਟਣਾ ਹੈ, ਉਸ ਦਿਨ ਫਿਰ ਬਿਨਸਣ 'ਤੇ ਬਹੁਤਾ ਸਮਾਂ ਨਹੀਂ ਲੱਗਦਾ। ਜਿਵੇਂ ਕਹਿੰਦੇ ਆ ਨਾ, ਧਰਤੀ ਗਰਕ ਜਾਂਦੀ ਹੈ, ਭਾਵ ਪੈਰਾਂ ਥੱਲੇ ਧਰਤੀ ਨਹੀਂ ਰਹਿੰਦੀ, ਇੱਕੋ ਲਖਤ। ਇਸ ਤਰ੍ਹਾਂ ਸੰਸਾਰ ਕਈ ਵਾਰ ਮਿਟਿਆ। ਵਿਦਵਾਨਾਂ ਦਾ ਮੰਨਣਾ ਹੈ ਇਸ ਗੱਲ ਦਾ। ਤਾਂ ਰਹਾਉ ਦਾ ਵਿਸਰਾਮ ਦੇ ਸਤਿਗੁਰੂ ਜੀ ਫਰਮਾਉਂਦੇ ਹਨ, ਪਹਿਲਾ ਉਦਾਹਰਣ ਦਿੱਤਾ ਹੈ ਸੁਪਨੇ ਦਾ। ਕਹਿੰਦੇ ਜਿਵੇਂ ਸੁਪਨਾ ਬਹੁਤੀ ਦੇਰ ਤੱਕ ਦਾ ਨਹੀਂ ਤੇ ਸੱਚਾ ਨਹੀਂ, ਇਸੇ ਤਰ੍ਹਾਂ ਇਹ ਜਗਤ ਸੰਸਾਰ ਵੀ ਸੱਚਾ ਨਹੀਂ। ਫਿਰ ਰਹਾਉ ਦਾ ਵਿਸਰਾਮ ਦੇ ਦੂਸਰਾ ਉਦਾਹਰਣ ਦਿੰਦੇ ਆ, ਬਾਰੂ ਭੀਤ ਬਨਾਈ, ਰਚ ਪਚ ਰਹਿਤ ਨਹੀਂ ਦਿਨ ਚਾਰ। ਬਾਰੂ ਕਹਿੰਦੇ ਨੇ ਰੇਤੇ ਨੂੰ, ਭੀਤ ਕਹਿੰਦੇ ਆ ਕੰਧ ਨੂੰ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ, ਕਹਿੰਦੇ ਜਿਵੇਂ ਕਿਸੇ ਨੇ ਰੇਤ ਦੀ ਕੰਧ ਤਿਆਰ ਕੀਤੀ, ਬਹੁਤ ਸੋਹਣੀ ਵਧੀਆ ਸ਼ੌਕ ਨਾਲ ਕੰਧ ਬਣਾਈ, ਪਰ ਬਣਾਈ ਰੇਤੇ ਦੀ ਹੈ। ਰਚ ਪਚ ਬੜਾ ਉਹਦੇ ਉੱਤੇ ਧਿਆਨ ਲਾਇਆ, ਪੂਰਾ ਧਿਆਨ ਲਾ ਕੇ ਉਸ ਨੂੰ ਪੋਚਿਆ, ਲਿਪਿਆ, ਬੜਾ ਸਜਾਇਆ ਸਵਾਰਿਆ। ਪਰ ਸੰਗਤ ਜੀ, ਜਦੋਂ ਉਸ ਕੰਧ ਦੇ ਉੱਪਰ ਬਾਰਿਸ਼ ਹੋਈ, ਪਾਣੀ ਪੈਣਾ ਸ਼ੁਰੂ ਹੋਇਆ, ਤਾਂ ਉਹ ਰੇਤੇ ਦੀ ਕੰਧ ਹੈ ਜਿਹੜੀ ਖਤਮ ਹੋ ਗਈ। ਪਤਾ ਹੀ ਨਹੀਂ ਲੱਗਿਆ ਕਿਹੜੇ ਰੇਤੇ ਦੀ ਬਣਾਈ ਸੀ ਅਤੇ ਉਹ ਰੇਤਾ ਕਿੱਧਰ ਗਿਆ। ਚੰਗੀਆਂ ਹਨੇਰੀਆਂ ਆਈਆਂ ਅਤੇ ਉਸ ਕੰਧ ਨੂੰ ਉਡਾ ਕੇ ਲੈ ਗਈਆਂ। ਬਾਰਿਸ਼ ਆਈ ਅਤੇ ਉਸ ਰੇਤੇ ਨੂੰ ਗਿੱਲਾ ਹੋਣਾ ਪਿਆ ਅਤੇ ਕੰਧ ਦਾ ਰੂਪ ਹੈ ਜਿਹੜਾ ਉਹ ਮਿਟ ਗਿਆ, ਰੇਤਾ ਰੇਤੇ ਦੇ ਵਿੱਚ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਆ, ਕਹਿੰਦੇ ਸਾਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਰੇਤੇ ਦੀ ਕੰਧ। ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਬੜਾ ਉਸ ਕੰਧ ਦੇ ਨਾਲ ਜੁੜਿਆ, ਬੜੇ ਸ਼ੌਕ ਨਾਲ, ਬੜੇ ਚਾਅ ਦੇ ਨਾਲ ਕੰਧ ਤਿਆਰ ਕੀਤੀ। ਹਨੇਰੀ ਆਈ ਤਾਂ ਰੇਤਾ ਉੱਡਦਾ, ਟਿੱਬਿਆਂ ਦੇ ਰੇਤੇ ਦੀਆਂ ਕਦੋਂ ਕੰਧਾਂ ਖੜ੍ਹਦੀਆਂ ਨੇ। ਫਿਰ ਜੇ ਬਾਰਿਸ਼ ਆਈ ਤਾਂ ਉਸ ਕੰਧ ਨੂੰ ਖਤਰਾ। ਇਹ ਦੂਸਰਾ ਉਦਾਹਰਣ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦੇ ਮੁਖਾਰਬਿੰਦ ਤੋਂ ਮਨੁੱਖ ਨੂੰ ਸਮਝਾਉਣ ਵਾਸਤੇ। 4 ਦਿਨਾਂ ਦਾ ਵੀ ਕੰਧ ਦਾ ਟਿਕਣਾ ਨਹੀਂ ਹੈ, ਇਸੇ ਤਰ੍ਹਾਂ ਤੇਰਾ ਜੀਵਨ ਹੈ। ਉਮੀਦ ਆਸ ਭਾਵੇਂ ਵੱਡੀ ਲਾਈ ਬੈਠੇ ਹੈ,
ਬਹੁਤ ਜਿਉਣਾ ਹੈ। ਕਦੇ ਵੀ ਇਹ ਸੰਸਾਰ ਨੂੰ ਨਹੀਂ ਛੱਡਣਾ, ਅਲਵਿਦਾ ਨਹੀਂ ਕਹਿਣਾ। ਸੱਚ ਤੋਂ ਦੂਰ ਝੂਠ ਦੇ ਨਾਲ ਜੁੜਿਆ। ਮਰਨਾ ਸੱਚ, ਜਿਉਣਾ ਝੂਠ, ਜਿਉਣ ਦੇ ਨਾਲ ਜੁੜਿਆ ਹੋਇਆ। ਮਰਨਾ ਵਿਸਾਰ ਦਿੱਤਾ। ਜਿਸ ਮਨੁੱਖ ਨੇ ਮੌਤ ਆਪਣੇ ਜੀਵਨ ਵਿੱਚੋਂ ਵਿਸਾਰ ਦਿੱਤੀ, ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਨੂੰ ਬਹੁਤ ਸਾਰੇ ਰੋਗ ਲੱਗਦੇ ਨੇ। ਪਰਮੇਸ਼ਰ ਤੇ ਭੁੱਲਿਆ। ਮੌਤ ਕਿਹਨੇ ਬਣਾਈ ਹੈ? ਪਰਮਾਤਮਾ ਨੇ। ਜੇ ਚੇਤੇ ਹੈ ਵੀ ਇੱਕ ਦਿਨ ਮੈਂ ਜਾਣਾ ਸੰਸਾਰ ਤੋਂ, ਤਾਂ ਬੰਦਾ ਖੋਟੇ ਕਰਮ ਨਹੀਂ ਕਰੇਗਾ, ਮਾੜੇ ਕਰਮ ਨਹੀਂ ਕਰੇਗਾ, ਕਿਸੇ ਦਾ ਹੱਕ ਨਹੀਂ ਮਾਰੇਗਾ। ਕਿਉਂ? ਉਹਨੂੰ ਪਤਾ ਹੈ ਧਰਮ ਰਾਏ ਨੇ ਲੇਖਾ ਮੰਗਣਾ। ਕਰ ਕਰ ਕਰਨਾ ਲਿਖ ਲੈ ਜਾਹੋ, ਜੋ ਮੈਂ ਕਰ ਰਿਹਾ ਇਹ ਲਿਖਿਆ ਜਾਣਾ ਤੇ ਨਾਲ ਹੀ ਜਾਏਗਾ। ਆਪੇ ਬੀਜ ਆਪੇ ਹੀ ਖਾਓ, ਜੋ ਮੈਂ ਬੀਜ ਰਿਹਾ ਇਹ ਉੱਗੇਗਾ, ਖਾਣਾ ਪਏਗਾ। ਇਸ ਕਰਕੇ ਫਿਰ ਬੀਜ ਹੀ ਉਹ ਬੀਜ ਲਈਏ ਜਿਹੜੇ ਬੀਜ ਖਾਣ ਵੇਲੇ ਸਾਨੂੰ ਦਿੱਕਤ ਨਾ ਆਵੇ, ਖਾਣ ਵਿੱਚ ਸੁਖਾਲਾ ਜਿਹਾ ਲੱਗੇ, ਸੌਖੇ ਢੰਗ ਨਾਲ ਖਾ ਲਈਏ। ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ, ਭਾਈ ਜਿਵੇਂ ਬਾਰੂ ਦੀ ਕੰਧ, ਰੇਤੇ ਦੀ ਕੰਧ ਬਹੁਤੇ ਦਿਨ ਨਹੀਂ ਰਹਿੰਦੀ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਸਹ ਕਹਾਂ ਗਵਾਰ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਫਿਰ ਇਹ ਦੁਨਿਆਵੀ ਤੌਰ 'ਤੇ ਮਾਇਆ ਦੇ ਸੁੱਖ ਨੇ। ਜਿਨ੍ਹਾਂ ਸੁੱਖਾਂ ਦੇ ਵਿੱਚ ਵੱਜਾ ਹੋਇਆ, ਜਿਨ੍ਹਾਂ ਸੁੱਖਾਂ ਦਾ ਵੱਜਿਆ, ਪਰਮਾਤਮਾ ਦਾ ਨਾਮ ਤੱਕ ਨਹੀਂ ਜਪਦਾ, ਪੁੰਨ ਦਾਨ ਨਹੀਂ ਕਰਦਾ, ਹੱਥਾਂ ਨਾਲ ਸੇਵਾ ਨਹੀਂ ਕਰਦਾ, ਮਨ ਕਰਕੇ ਸਿਮਰਨ ਨਹੀਂ ਕਰਦਾ, ਤਾਂ ਫਰੀਦ ਸਾਹਿਬ ਨੂੰ ਕਹਿਣਾ ਪਿਆ। ਫਰੀਦ ਸਾਹਿਬ ਕਹਿੰਦੇ, ਕਬਹੂ ਚੱਲ ਨਾ ਆਇਆ ਪੰਜੇ ਬਖਤ ਮਸੀਤ, ਰੈਣ ਗਵਾਈ ਸੋਏ ਕਿਆ ਦਿਵਸ ਗਵਾਇਆ ਖਾਏ, ਰੈਣ ਰਾਤ ਸੌ ਕੇ ਗਵਾ ਲਈ। ਵਾਹਿਗੁਰੂ ਰਾਤ ਸੌਂ ਕੇ ਗਵਾ ਲਈ, ਦਿਨ ਖਾ ਕੇ ਗਵਾ ਲਿਆ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਇਸ ਜੀਵਨ ਦੀ, ਇਸ ਮਨੁੱਖਾ ਦੇਹੀ ਦੀ ਕੋਈ ਕੀਮਤ ਨਹੀਂ, ਇਸ ਦਾ ਕੋਈ ਮੁੱਲ ਨਹੀਂ, ਪਰ ਫਿਰ ਵੀ ਇਸ ਦਾ ਮੁੱਲ ਪਵਾਇਆ ਜਾ ਰਿਹਾ ਹੈ। ਗੁਰੂ ਪਰਮਾਤਮਾ ਦੇ ਸ਼ਰਣੀ ਲੱਗ, ਜੋ ਗੁਰੂ ਕਹੈ ਸੋ ਭਲਾ ਕਰ ਮਾਨੋ। ਜੋ ਗੁਰੂ ਕਹਿੰਦਾ ਉਹਨੂੰ ਆਪਣੇ ਜੀਵਨ ਵਿੱਚ ਭਲਾ ਕਰਕੇ ਜਾਣ। ਗੁਰ ਕੀ ਆਗਿਆ ਸਤ ਸਤ ਕਰ ਮਾਨੋ। ਗੁਰੂ ਦੇ ਹੁਕਮ ਨੂੰ, ਗੁਰੂ ਦੀ ਆਗਿਆ ਨੂੰ ਸੱਚ ਕਰ ਮੰਨਣਾ, ਇਸੇ ਨੂੰ ਕਹਿੰਦੇ ਨੇ ਸਿੱਖੀ, ਸਿੱਖਿਆ, ਗੁਰ ਵਿਚਾਰ। ਨਾਦਰੀ ਕਰਮ ਲੰਘਾਏ ਪਾਰ, ਸਿੱਖਦੇ ਰਹਿਣਾ। ਇਹ ਗੁਰੂ ਦਾ ਦਰ ਹੈ, ਘਰ ਨਹੀਂ। ਇੱਥੇ ਗੁਰੂਦੁਆਰਾ ਹੋਏ ਸੋਝੀ ਪਾਈ ਸੀ। ਅਸਲ ਗੁਰਬਾਣੀ ਦਾ ਮੇਨ ਮਕਸਦ ਹੀ ਇਹ ਹੈ, ਗੁਰਬਾਣੀ ਪੜ੍ਹਨ ਦਾ, ਗੁਰੂ ਘਰ ਆਉਣ ਦਾ, ਇੱਥੋਂ ਸੋਝੀ ਗਿਆਨ ਪ੍ਰਾਪਤ ਕਰਨਾ। ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਭਗਤੀ ਤੋਂ ਬਿਨਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇੱਥੇ ਵੱਡੇ ਵੱਡੇ ਸਿਆਣੇ ਅਖਵਾਉਣ ਵਾਲੇ, ਚਤਰ ਚਲਾਕ ਅਖਵਾਉਣ ਵਾਲੇ ਖਾਲੀ ਹੱਥ ਗਏ। ਤਾਂ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਤੈਸੇ ਹੀ ਇਹ ਸੁਖ ਮਾਇਆ ਕੇ। ਹੁਣ ਗੱਲ ਇਹ ਨਹੀਂ ਵੀ ਮਾਇਆ ਨਹੀਂ ਚਾਹੀਦੀ, ਗੁਜ਼ਰਾਨ ਵਾਸਤੇ ਮਾਇਆ ਦੀ ਲੋੜ ਹੈ। ਪਰ ਸੰਗਤ ਜੀ ਗੱਲ ਇਹ ਹੈ ਵੀ ਇਕੱਲੇ ਮਾਇਆ ਦੇ ਨਾਲ ਹੀ ਜੁੜ ਜਾਣਾ, ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਭੁੱਲ ਜਾਣਾ, ਵੀ ਤੂੰ ਲੈਣ ਕੀ ਆਇਆ ਸੀ, ਉਹ ਮਨੋਰਥ ਆਪਣਾ ਮੇਨ ਕੰਮ ਹੀ ਭੁੱਲ ਜਾਣਾ, ਭਾਵ ਪਰਮਾਤਮਾ ਨੂੰ ਵਿਸਾਰ ਦੇਣਾ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਲਿਖਿਆ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਜਿਹੜਾ ਬੰਦਾ ਇਸ ਦੀ ਸੇਵਾ ਕਰਦਾ ਹੈ, ਉਸ ਮਨੁੱਖ ਨੂੰ ਇਹ ਖਾ ਜਾਂਦੀ ਹੈ, ਡੰਗ ਉਸੇ ਦੇ ਮਾਰਦੀ ਹੈ, ਭਾਵ ਮਨੁੱਖਾ ਦੇ ਹੀ ਬੰਦਾ ਹਾਰ ਜਾਂਦਾ ਹੈ, ਪਰਮਾਤਮਾ ਦੇ ਨਾਮ ਤੋਂ ਟੁੱਟ ਜਾਂਦਾ ਹੈ। ਜਿਨੀ ਨਾਮ ਧਿਆਇਆ ਗਏ ਮਸਾਕਤ ਘਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦਾ ਲੋਕ ਤੇ ਪਰਲੋਕ ਦੋਨੋਂ ਸਫਲੇ ਹੋ ਗਏ। ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ
ਆਪੇ ਮੇਲੇ। ਉਹ ਦਾਤਾ ਮਿਹਰ ਕਰਦਾ, ਕਿਰਪਾ ਕਰਦਾ, ਆਪਣੇ ਪਿਆਰਿਆਂ ਨੂੰ ਵਿਘਨਾਂ ਚੋਂ ਕੱਢ ਲੈਂਦਾ ਹੈ, ਦੁੱਖਾਂ ਕਲੇਸ਼ਾਂ ਚੋਂ ਕੱਢ ਲੈਂਦਾ ਹੈ। ਤਾਂ ਸੰਗਤ ਜੀ ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ, ਅਜ ਹੂੰ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਅੰਤਿਮ ਪੰਕਤੀਆਂ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦਾਂ ਦੀਆਂ। ਸਤਿਗੁਰੂ ਜੀ ਕਹਿੰਦੇ ਦੇਖ ਹਜੇ ਵੀ ਕੁਛ ਨਹੀਂ ਵਿਗੜਿਆ। ਇਹ ਤੇ ਭਾਵੇਂ ਜਦੋਂ ਜਾਗੋ ਉਦੋਂ ਹੀ ਸਵੇਰੇ ਵਾਲੀ ਗੱਲ ਹੈ। ਪਰਮਾਤਮਾ ਬੜਾ ਬਖਸ਼ਿੰਦਾ, ਬੜਾ ਮਿਹਰਬਾਨ ਹੈ। ਜਦੋਂ ਵੀ ਕਿਸੇ ਨੇ ਉਹਨੂੰ ਚੇਤੇ ਕੀਤਾ ਉਸੇ ਵੇਲੇ ਉਹ ਹਾਜ਼ਰ ਹੋਇਆ, ਉਸੇ ਵੇਲੇ ਉਸਨੇ, ਭਾਵੇਂ ਉਹ ਸਧਨਾ ਕਸਾਈ ਹੈ। ਉਦਾਹਰਣ ਬਹੁਤ ਸੋਹਣੇ ਮਿਲਦੇ ਨੇ। ਹੁਣ ਸਧਨਾ ਕਸਾਈ ਹੈ, ਕਰਦਾ ਪਾਪ ਹੈ। ਸੰਗਤ ਜੀ ਲਿਖਣ ਵਾਲੇ ਲਿਖਦੇ ਨੇ ਤੇ ਵਿਦਵਾਨ ਇਸ ਦੀ ਵਿਚਾਰ ਕਰਦੇ ਨੇ। ਕਹਿੰਦੇ ਸਧਨਾ ਕਸਾਈ ਹੈ, ਕੰਮ ਕੀ ਹੈ? ਰੋਜ਼ ਆਪਣੀ ਦੁਕਾਨ 'ਤੇ ਜੀਵਾਂ ਨੂੰ ਵੱਢਦਾ ਤੇ ਵੇਚਦਾ। ਹੁਣ ਸਾਧਨੇ ਕਸਾਈ ਦੇ ਕਹਿੰਦੇ ਇੱਕ ਬੱਕਰੇ ਨੂੰ ਤਿਆਰ ਕਰਕੇ ਰੱਖਿਆ ਵੀ ਅੱਜ ਦੀ ਤਾਂ ਚਲੋ ਦੁਕਾਨਦਾਰੀ ਦਾ ਸਰ ਗਿਆ, ਦੁਕਾਨ ਵਧਾ ਕੇ ਘਰ ਨੂੰ ਜਾਣ ਲੱਗਿਆ ਸੀ। ਇੰਨੇ ਕਹਿੰਦੇ ਰਾਜੇ ਦਾ ਕੋਈ ਖਾਸ ਅਹਿਲਕਾਰ ਆ ਗਿਆ। ਉਸਨੇ ਕਿਹਾ ਵੀ ਮੈਨੂੰ ਕੁਝ ਕੁ ਮਾਸ ਚਾਹੀਦਾ। ਘਰ ਰਿਸ਼ਤੇਦਾਰ ਆਏ ਨੇ ਤਾਂ ਸਾਧਨੇ ਨੇ ਇੱਕ ਵਾਰ ਤੇ ਨਾ ਨੁੱਕਰ ਕੀਤੀ, ਜਵਾਬ ਦਿੱਤਾ, ਕਹਿਣ ਲੱਗਾ ਵੀ ਹੁਣ ਮੇਰੇ ਕੋਲ ਨਹੀਂ। ਪਰ ਰਾਜੇ ਦਾ ਕੋਈ ਅਹਿਲਕਾਰ ਹੈ, ਖਾਸ ਬੰਦਾ ਹੈ, ਕਿਤੇ ਕੱਲ੍ਹ ਆਪਣੀ ਦੁਕਾਨ ਹੀ ਨਾ ਲੱਗਣ ਦੇਵੇ। ਫਿਰ ਕਹਿੰਦਾ ਜੀ ਕਿਤਨਾ ਕੁ ਚਾਹੀਦਾ? ਉਹਨੇ ਕਿਹਾ ਵੀ ਫਲਾਂ ਥਾਂ ਤੋਂ ਇੰਨਾ ਕੁ ਚਾਹੀਦਾ, ਵਧੀਆ ਹੋਵੇ, ਖਾਣ ਵਾਲਾ ਖੁਸ਼ ਹੋ ਜਾਵੇ। ਤਾਂ ਸੰਗਤ ਜੀ ਸਾਧਨੇ ਨੇ ਫਿਰ ਕਹਿੰਦੇ ਆਪਣਾ ਕਬਾੜ ਖੋਲ੍ਹਿਆ ਤੇ ਛੁਰੀ ਚੱਕ ਲਈ। ਤੇ ਜਦੋਂ ਉਸ ਜੀਵ ਜਾਨਵਰ ਦੇ ਕਹਿੰਦੇ ਬੱਕਰੇ ਦੇ ਪੱਟ ਨੂੰ ਛੁਰੀ ਪਾਈ ਨਾ, ਦੱਸਣ ਵਾਲੇ ਦੱਸਦੇ ਨੇ, ਵਿਚਾਰ ਕਰਨ ਵਾਲੇ ਕਹਿੰਦੇ ਨੇ, ਕਹਿੰਦੇ ਬੱਕਰਾ ਬੋਲ ਪਿਆ। ਸਮਾਂ ਸੀ ਜਦੋਂ ਕਿਸੇ ਦੇ ਕਰਮ ਬਦਲਦੇ ਨੇ, ਭਾਗ ਬਦਲਦੇ ਨੇ। ਉਦੋਂ ਸੰਗਤ ਜੀ ਨਾ ਬੋਲਿਆ ਵੀ ਬੋਲਣ ਸਮਾਨ ਹੋ ਜਾਂਦਾ ਹੈ। ਕਿਸੇ ਢੰਗ ਨਾਲ ਜਦੋਂ ਮੱਤ ਬੁੱਧ ਦੇਣੀ ਹੁੰਦੀ ਹੈ। ਹੁਣ ਬਹੁਤ ਸਾਰੇ ਤਰਕਵਾਦੀ ਤੇ ਤਰਕ ਕਰਦੇ ਨੇ ਵੀ ਭਗਤ ਧੰਨੇ ਜੀ ਨੂੰ ਪੱਥਰ ਦੇ ਵਿੱਚੋਂ ਪ੍ਰਮਾਤਮਾ ਨਹੀਂ ਮਿਲਿਆ, ਇਹ ਵਹਿਮ ਹੈ, ਭਰਮ ਹੈ, ਪਖੰਡ ਹੈ। ਜਿਨ੍ਹਾਂ ਨੇ ਵਿਰੋਧਤਾ ਕਰਨੀ ਆ ਉਹ ਤੇ ਸੰਮਣ ਮੂਸਣ ਦੀ ਵੀ ਵਿਰੋਧਤਾ ਕਰੀ ਜਾਂਦੇ ਆ। ਸੰਮਣ ਮੂਸਣ ਦੀ ਸਾਖੀ ਨੂੰ ਮੰਨਦੀ ਹੈ ਨਹੀਂ। ਕਹਿੰਦੇ ਤਾਂ ਹੋ ਹੀ ਨਹੀਂ ਸਕਦਾ ਵੀ ਪਿਓ ਪੁੱਤ ਦਾ ਸੀਸ ਵੱਢ ਲਵੇ। ਮੰਨਣ ਵਾਲੇ ਸਭ ਕੁਝ ਮੰਨਦੇ ਆ। ਜਿਹੜੇ ਇਹ ਮੰਨਦੇ ਨੇ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਹੜੇ ਇਹ ਮੰਨਦੇ ਨੇ ਮਿਰਤਕ ਕਉ ਜੀ ਬਾਲਣਹਾਰ, ਭੁੱਖੇ ਕਉ ਦੇਵਤ ਆਧਾਰ। ਜਿਹੜਾ ਪ੍ਰਮਾਤਮਾ ਸਭ ਕੁਝ ਕਰਨ ਕਰਾਉਣ ਦੀ ਸਮਰੱਥਾ ਵਾਲਾ, ਉਹ ਕਰ ਕੀ ਨਹੀਂ ਸਕਦਾ। ਹੁਣ ਕਈ ਇਹ ਵੀ ਨਹੀਂ ਮੰਨਦੇ ਵੀ ਕਿੱਕਰ ਤੋਂ ਮਿਠਾਈਆਂ ਝੜੀਆਂ। ਕਹਿੰਦੇ ਨਹੀਂ ਜੀ, ਕਿੱਕਰ ਤੋਂ ਤੁੱਕੇ ਝੜ ਸਕਦਾ, ਮਿਠਾਈਆਂ ਕਿਵੇਂ ਝੜਨਗੀਆਂ। ਇੱਥੋਂ ਤੱਕ ਸ਼ਬਦ ਵਰਤਦੇ ਨੇ ਉਹ। ਕਹਿੰਦੇ ਸਾਰੀਆਂ ਗੱਪ ਕਹਾਣੀਆਂ ਨੇ। ਪਰ ਜਦੋਂ ਉਹਨਾਂ ਨੂੰ ਪੁੱਛੀਦਾ ਵੀ ਤੁਸੀਂ ਬਹਿ ਕੇ ਕੋਈ ਵਾਹ ਦਲੀਲ ਗੱਲ ਕਰ ਲਓ, ਇਸ ਗੱਲ ਦਾ ਆਪਾਂ ਨਿਰਣਾ ਕਰ ਲਈਏ, ਸਮਝੌਤਾ ਕਰ ਲਈਏ ਵੀ ਸੱਚ ਕੀ ਹੈ, ਉਦੋਂ ਫਿਰ ਭੱਜ ਜਾਂਦੇ ਨੇ। ਦਸਮ ਗ੍ਰੰਥ ਕਹਿੰਦੇ ਸਿੱਖ ਧਰਮ ਦਾ ਗ੍ਰੰਥ ਨਹੀਂ, ਇਸ ਨੂੰ ਬਿਨਾਂ ਮਤਲਬ ਪੜ੍ਹਿਆ ਜਾ ਰਿਹਾ। ਹੁਣ ਦਸਮ ਗ੍ਰੰਥ ਦੇ ਵਿੱਚੋਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਮਿਲਦਾ। ਦਸਮ ਗ੍ਰੰਥ ਦੇ ਵਿੱਚੋਂ ਹੀ ਸ੍ਰੀ ਭਗਉਤੀ ਜੀ ਸਹਾਏ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਅਰਦਾਸ ਦੇ ਜਿਹੜੇ ਪਹਿਲੇ ਪਹਿਰੇ ਨੇ ਦਸੇ ਪਾਤਸ਼ਾਹੀਆਂ ਦੇ ਨਾਮ, ਉਹ ਦਸਮ ਗ੍ਰੰਥ ਦੇ ਵਿੱਚੋਂ ਹੀ ਮਿਲਦੇ ਆ। ਸੰਗਤ ਜੀ ਜੇ ਗੁਰ ਇਤਿਹਾਸ ਬਾਰੇ ਜਾਣੂ ਹੋਣਾ ਤਾਂ ਫਿਰ ਦਸਮ ਗ੍ਰੰਥ ਪੜ੍ਹਨਾ ਪਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਰਦਾਸ ਨਹੀਂ ਲਿਖੀ ਹੋਈ। ਤਾਂ ਰਹੋ ਵਿਚਾਰ, ਬਹੁਤ ਸਾਰੇ ਲੋਕ ਆਪੋ ਆਪਣੀ ਮੱਤ ਦੇ ਨਾਲ ਵਿਚਾਰ ਕਰਦੇ ਹੈ। ਅਤੇ ਹੁਣ ਸਾਧਨੇ ਨੂੰ ਕਹਿੰਦੇ ਉਸਨੇ ਕਿਹਾ ਦੇਖ ਕਈ ਵਾਰ ਤੂੰ ਮੈਨੂੰ ਵੱਢਿਆ, ਮੈਂ ਤੈਨੂੰ ਵੱਢਿਆ, ਆਪਣਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਆਇਆ। ਅੱਜ ਇੱਕ ਤੂੰ ਨਵਾਂ ਭਾਜੀ ਪਾਉਣ ਲੱਗਿਆ, ਇਹ ਨਵੀਂ ਭਾਜੀ ਨਾ ਪਾ। ਅੱਜ ਤੂੰ ਮੈਨੂੰ ਵੱਢ ਰਿਹਾ, ਕੱਲ੍ਹ ਇਸੇ ਢੰਗ ਨਾਲ ਤੈਨੂੰ ਮੈਂ ਵੱਢਾਂਗਾ। ਕਿਉਂ? ਇਹ ਬਦਲਾ ਹੈ।
ਜੋ ਤੂੰ ਕਰ ਰਿਹਾ ਹੈ ਕੱਲ੍ਹ ਨੂੰ ਮੈਂ ਤੇਰੇ ਤੋਂ ਇਸ ਦਾ ਬਦਲਾ ਲਵਾਂਗਾ। ਇਸੇ ਤਰ੍ਹਾਂ ਆਪਾਂ ਨੂੰ ਕਈ ਜਨਮ ਹੋ ਗਏ ਖੇਡਦਿਆਂ ਨੂੰ, ਤੇ ਅੱਜ ਇਹ ਨਵੀਂ ਖੇਡ ਨਾ ਖੇਡ। ਤਾਂ ਕਹਿੰਦੇ ਜਦੋਂ ਸਧਨੇ ਨੂੰ ਇਸ ਗੱਲ ਦਾ ਗਿਆਨ ਹੋਇਆ ਨਾ, ਹੱਥ ਦੇ ਵਿੱਚੋਂ ਛੁਰੀ ਛੁੱਟ ਗਈ, ਛੱਡ ਦਿੱਤੀ। ਉਸਨੇ ਰਾਜੇ ਦੇ ਸਿਪਾਹੀ ਹਲਕਾਰ ਨੂੰ ਕਹਿ ਦਿੱਤਾ, ਜੋ ਦੰਡ ਦੇਣਾ ਮੈਂ ਭੁਗਤਣ ਨੂੰ ਤਿਆਰ ਹਾਂ, ਪਰ ਇਸ ਤਰ੍ਹਾਂ ਮੈਂ ਸਾਰੀ ਰਾਤ ਇੱਕ ਜੀਵ ਨੂੰ ਨਹੀਂ ਤੜਪਾ ਸਕਦਾ। ਕਿਤੋਂ ਹੋਰ ਮਿਲਦਾ ਲਿਆ ਸਕਦੇ ਹੋ, ਪਰ ਮੈਂ ਇਸ ਤਰ੍ਹਾਂ ਦੀ ਨਵੀਂ ਰੀਤ ਨਹੀਂ ਤੋਰਨੀ ਚਾਹੁੰਦਾ। ਸੰਗਤ ਜੀ, ਉਸ ਦਿਨ ਤੋਂ ਸਾਧਨਾ ਪ੍ਰਮਾਤਮਾ ਦੇ ਲੜ ਲੱਗ ਗਿਆ। ਸਤ ਸੰਗਤ ਦੇ ਵਿੱਚ ਜਾਣ ਲੱਗ ਪਿਆ, ਗਿਆਨ ਹੋ ਗਿਆ, ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਲਿਆ। ਮੈਂ ਲੈਣ ਕੀ ਆਇਆ ਸੀ, ਕਰਦਾ ਕੀ ਰਿਹਾ। ਪਰ ਉਹ ਪ੍ਰਮਾਤਮਾ ਐਸਾ ਦਿਆਲੂ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜੇ ਕੋਈ ਪ੍ਰੇਮ ਦੇ ਨਾਲ ਸ਼ਰਨ ਵਿੱਚ ਆ ਜਾਏ, ਉਹਨੂੰ ਕੰਠ ਗਲ ਦੇ ਨਾਲ ਲਾ ਲੈਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਅਜਹੂ ਸਮਝ ਕਛ ਵਿਗੜਿਓ ਨਹੀਂ। ਹਜੇ ਵੀ ਕੁਛ ਵਿਗੜਿਆ ਨਹੀਂ ਸਮਝ। ਉਹ ਪ੍ਰਮਾਤਮਾ ਗੁਰੂ ਪ੍ਰਮਾਤਮਾ ਦੇ ਬੋਲਾਂ ਰਾਹੀਂ ਤੈਨੂੰ ਸਮਝਾ ਰਿਹਾ। ਬੋਲ ਪ੍ਰਮਾਤਮਾ ਦੇ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਸਾਹਿਬ ਬੇਅੰਤ ਕਿਰਪਾ ਕਰਦੇ ਨੇ, ਅਤੇ ਬੇਅੰਤਤਾ ਦੀ ਮਹਿਮਾ ਨੂੰ ਅਸੀਂ ਸਮਝੀਏ, ਜਾਣੀਏ, ਤਾਂ ਸਾਡੇ ਜੀਵਨ ਦਾ, ਸਾਡੀ ਰੂਹ ਦਾ, ਸਾਡੇ ਪਰਿਵਾਰ ਦਾ, ਸਾਡੀਆਂ ਕੁਲਾਂ ਦਾ ਭਲਾ ਹੋਣਾ ਹੈ। ਤਾਂ ਸਤਿਗੁਰੂ ਜੀ ਕਹਿੰਦੇ, ਭਜ ਲੈ ਨਾਮ ਮੁਰਾਰ, ਸਿਮਰ ਲਾ ਉਸ ਮੁਰਾਰ। ਮੁਰਾਰ ਭਾਵ ਪ੍ਰਮਾਤਮਾ, ਉਸ ਦਾ ਨਾਮ ਸਿਮਰ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਤਨ ਦੇ ਵਿੱਚੋਂ ਕਲ ਕਲੇਸ਼ ਮਿਟ ਜਾਣ, ਘਰ ਦੇ ਵਿੱਚੋਂ ਕਲ ਕਲੇਸ਼ ਮਿਟ ਜਾਣ। ਇਸ ਕਰਕੇ ਉਸ ਨੂੰ ਸਿਮਰਿਆ ਕਰ, ਆਰਾਧਿਆ ਕਰ। ਕਹੋ ਨਾਨਕ ਨਿਜ ਮਤ ਸਾਧਨ ਕਾ, ਭਾਖਿਓ ਤੋਹੇ ਪੁਕਾਰ। ਕਹੋ ਤੋਂ ਭਾਵ ਆਖ ਹੈ, ਨਿਜ ਤੋਂ ਭਾਵ ਆਪਣਾ ਨਿੱਜੀ, ਮਤ ਤੋਂ ਭਾਵ ਖਿਆਲ ਹੈ। ਤਾਂ ਸਤਿਗੁਰੂ ਜੀ ਸਮਝਾਉਂਦੇ ਹਨ ਅੰਤਿਮ ਪੰਕਤੀਆਂ ਵਿੱਚ, ਕਹਿੰਦੇ ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿੱਜੀ ਖਿਆਲ ਪੁਕਾਰ ਕੇ ਸੁਣਾ ਰਿਹਾ ਹਾਂ। ਐ ਭਾਈ, ਹਜੇ ਵੀ ਸਮਝ, ਹਜੇ ਵੀ ਕੁਛ ਵਿਗੜਿਆ ਨਹੀਂ, ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਦਾ ਨਾਮ ਸਿਮਰ ਕੇ ਉਸ ਪਰਮਾਤਮਾ ਦੇ ਨੇੜੇ ਹੋ। 84 ਦੇ ਗੇੜ ਤੋਂ ਛੁੱਟ, ਮੁੱਕ ਜਾਣਾ 84 ਦਾ ਗੇੜ। ਨਖਿੱਧ ਜੂਨਾਂ ਦੇ ਵਿੱਚ ਨਹੀਂ ਪਏਗਾ। ਇਹ ਪਰਮਾਤਮਾ ਦੇ ਘਰ ਦੀ ਮਹਿਮਾ ਹੈ, ਵਡਿਆਈ ਹੈ। ਜੋ ਇਸ ਮਹਿਮਾ ਵਡਿਆਈ ਨੂੰ ਗਾਉਂਦੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਬਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ, ਗਾਵੈ ਕੋ ਜੀ ਲੈ ਫਿਰ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਕਥ ਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ। ਦੇਦਾ ਦੇ ਲੈਂਦੇ ਥੱਕ ਪਾਹੇ, ਦੇਣ ਵਾਲਾ ਤੇ ਦੇ ਰਿਹਾ। ਲੈਂਦੇ ਥੱਕ ਪਾਹੇ, ਲੈਣ ਵਾਲੇ ਥੱਕ ਜਾਂਦੇ ਆ। ਜੁਗਾ ਜੁਗੰਤਰ ਖਾਹੀ ਖਾਹੇ, ਜੁਗਾਂ ਜੁਗਾਂ ਤੋਂ ਖਾਂਦੇ ਆ ਰਹੇ ਨੇ, ਤੇ ਖਾ ਖਾ ਮੁੱਕਰ ਵੀ ਜਾ ਰਹੇ ਨੇ। ਕੇਤੇ ਲੈ ਲੈ ਮੁੱਕਰ ਪਾਹੇ, ਮੁੱਕਰ ਜਾਂਦੇ ਆ ਖਾ ਕੇ। ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ, ਸ਼ੁਕਰਾਨਾ ਨਹੀਂ ਕਰਦੇ। ਦਾਤਾ ਤੂੰ ਬੇਸ਼ੁਮਾਰ ਦਿੱਤਾ ਹੈ। ਤਾਂ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ, ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸਮਝ ਆਏ, ਅਸੀਂ ਬਾਣੇ ਬਾਣੀ ਦੇ ਧਾਰਨੀ ਬਣੀਏ, ਆਪਣਾ ਜੀਵਨ ਸਫਲਾ ਕਰੀਏ। 52 ਹੁਕਮਨਾਮਿਆਂ ਦੇ ਵਿੱਚੋਂ 29ਵਾਂ ਜੋ ਹੁਕਮ ਹੈ ਜੀ ਅੱਜ ਦਾ, ਸਤਿਗੁਰੂ ਜੀ ਕਹਿੰਦੇ, ਜੇ ਕੋਈ ਤੁਹਾਡਾ ਸ਼ਤਰੂ ਬਣ ਜਾਏ, ਉਹਦੇ ਨਾਲ ਫਿਰ 3-4 ਤਰੀਕਿਆਂ ਨਾਲ ਪੇਸ਼ ਆਉਣਾ ਚਾਹੀਦਾ ਹੈ। ਜਿਵੇਂ ਸ਼ਤਰੂ ਨਾਲ ਸ਼ਾਮ ਭਾਮ ਉਹਦੀ ਸ਼ਰਨ ਵਿੱਚ ਜਾਣਾ, ਮਨਾਉਣਾ, ਨੀਵੇਂ ਹੋ ਕੇ ਚਲੇ ਜਾਣਾ। ਦਾਮ ਉਹਦਾ ਕਿਸੇ ਢੰਗ ਨਾਲ ਮੁੱਲ ਕਰ ਲੈਣਾ, ਵੀ ਜੇ ਤੂੰ ਪਿਆਰ ਨਾਲ ਨਹੀਂ ਮੰਨਦਾ ਤੇ ਮੁੱਲ ਲੈ ਲੈ।
ਪਰ ਖਹਿੜਾ ਛੱਡ ਦੇ। ਡੰਡ ਜੇ ਫੇਰ ਨਹੀਂ ਮੰਨਦਾ ਤਾਂ ਡੰਡ ਦਿਓ, ਜਿਵੇਂ ਔਰੰਗਜ਼ੇਬ ਨੇ ਦੁਨੀਆ ਨੂੰ ਡੰਡ ਦੇਣਾ ਸ਼ੁਰੂ ਕਰਿਆ ਵੀ ਐਂ ਧਰਮ ਦੇ ਵਿੱਚ ਨਹੀਂ ਆਉਂਦੇ, ਜਾਂ ਤਾਂ ਇਹਨਾਂ ਨੂੰ ਮੁੱਲ ਦਿਓ, ਖਰੀਦੋ, ਜੇ ਨਹੀਂ ਮੰਨਦੇ ਤਾਂ ਡੰਡ ਦਿਓ। ਭੇਦ ਫਿਰ ਜਦੋਂ ਨਾ ਮੰਨਣ ਫਿਰ ਬਿਲਕੁਲ ਕਹਿੰਦੇ ਪਾ ਲਓ ਹੱਥ, ਸ਼ਮਸ਼ੀਰ ਨੂੰ ਮੋਰਚਾ ਫਤਿਹ ਕਰ ਦਿਓ, ਭੇਦ ਭੇਨ ਬਿੰਨ ਕੇ ਰੱਖ ਦਿਓ, ਖਤਮ ਕਰ ਦਿਓ। ਜੇ ਨਹੀਂ ਇਹਨਾਂ ਤਿੰਨ ਤਰੀਕਿਆਂ ਨਾਲ ਮੰਨਿਆ ਤੇ ਚੌਥਾ ਤਰੀਕਾ ਫਿਰ ਭੇਦ ਭਾਵ ਮਿਟਾ ਦਿਓ, ਰੋਜ਼ ਰੋਜ਼ ਦਾ ਝੰਜਟ ਖਤਮ ਕਰ ਦਿਓ। ਗੁਰੂ ਸਾਹਿਬ ਨੇ 29ਵਾਂ ਹੁਕਮ ਆਪ ਜੀ ਪੜ੍ਹ ਸਕਦੇ ਹੋ, ਕਹਿੰਦੇ ਸ਼ਤਰੂ ਨਾਲ ਸ਼ਾਮ ਦਾਮ ਡੰਡ ਭੇਦ ਆਦਿਕ ਉਪਾਉ ਵਰਤੇ ਉਪਰੰਤ ਯੁੱਧ ਕਰਨਾ ਧਰਮ ਹੈ। ਜੇ ਸ਼ਤਰੂ ਨਾ ਮੰਨੇ ਇਹਨਾਂ ਤਿੰਨ ਗੱਲਾਂ ਨੂੰ ਤਾਂ ਚੌਥੀ ਗੱਲ ਹੈ ਜਿਹੜੀ ਸਤਿਗੁਰੂ ਜੀ ਕਹਿੰਦੇ ਯੁੱਧ ਕਰਨਾ ਹੀ ਇੱਕ ਧਰਮ ਰਹਿ ਜਾਂਦਾ ਹੈ, ਜਿਵੇਂ ਮਹਾਭਾਰਤ ਦੇ ਵਿੱਚ ਹੋਇਆ। ਬਹੁਤ ਸਾਰੇ ਤਰੀਕਿਆਂ ਦੇ ਨਾਲ ਦੁਰਯੋਧਨ ਨੂੰ ਸਮਝਾਉਣਾ ਚਾਹਿਆ, ਨਹੀਂ ਮੰਨਿਆ। ਆਖਿਰ ਫਿਰ ਬਹੁਤ ਵੱਡਾ ਜੰਗ ਹੋਇਆ, ਬਹੁਤ ਵੱਡਾ ਮੈਦਾਨੀ ਜੰਗ ਹੋਇਆ, ਬਹੁਤ ਸਾਰੀਆਂ ਲਾਸ਼ਾਂ ਉੱਥੇ ਗਿਰਜਾਂ ਨੇ ਖਾਧੀਆਂ ਅਤੇ ਕਈ ਲਾਸ਼ਾਂ ਐਸੀਆਂ ਸੀ ਜਿਨ੍ਹਾਂ ਨੂੰ ਗਿਰਜ ਵੀ ਨਾ ਖਾ ਸਕੇ। ਤਾਂ ਸੰਗਤ ਜੀ ਰਹੋ ਵਿਚਾਰ, ਅਸੀਂ ਬਾਣੇ ਬਾਣੀ ਦੇ ਧਾਰਨੀ ਬਣੀਏ, ਗੁਰੂ ਵਾਲੇ ਬਣੀਏ, ਆਪਣਾ ਮਨੁੱਖਾ ਜੀਵਨ ਸਫਲਾ ਬਣਾਈਏ। ਆਓ ਅਰਦਾਸ ਬੇਨਤੀ ਦਾ ਸਮਾਂ ਹੋਇਆ। ਗੁਰਬਾਣੀ ਪੜ੍ਹਦਿਆਂ, ਗੁਰਬਾਣੀ ਵਿਚਾਰਦਿਆਂ ਜਾਣੇ ਅਣਜਾਣੇ ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਸੰਗਤ, ਸੰਗਤ ਅਤੇ ਗੁਰੂ ਬਖਸ਼ਣ ਯੋਗ। ਸਮੁੱਚੀ ਸੰਗਤ ਵੱਡੇ ਭਾਗਾਂ ਵਾਲੇ ਹੋ ਜੋ ਤਨ ਨਾਲ ਸੇਵਾ ਕਰਦੇ ਹੋ, ਮਨ ਨਾਲ ਸਿਮਰਨ ਬਾਣੀ ਕਥਾ ਵਿਚਾਰ ਸੁਣਦੇ ਹੋ। ਵੱਡੇ ਭਾਗ ਹਨ ਇਸ ਨਗਰ ਦੇ ਜੋ ਅੰਮ੍ਰਿਤ ਵੇਲੇ ਤੋਂ ਬੇਅੰਤ ਬਾਣੀ ਪੜ੍ਹੀ ਜਾਂਦੀ ਹੈ, ਗੁਰਬਾਣੀ ਵਿਚਾਰਾਂ ਹੁੰਦੀਆਂ ਨੇ। ਗੁਰਬਾਣੀ ਦੀ ਮਹਾਨਤਾ ਇਹ ਹੈ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਗਾਵਤੇ ਉਧਰੇ ਗਾਉਣ ਵਾਲੇ ਵੀ ਤਰ ਜਾਣਗੇ, ਸੁਣਤੇ ਉਧਰੇ ਸੁਣਨ ਵਾਲੇ ਵੀ ਤਰ ਜਾਣਗੇ। ਬਿਨਸੇ ਪਾਪ ਘਨੇਰੇ ਬੇਅੰਤ ਪਾਪਾਂ ਨੇ ਮਿਟ ਜਾਣਾ, ਬਿਨਸ ਖਤਮ ਹੋ ਜਾਣਾ ਪਾਪਾਂ ਨੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਸ਼ੂ ਪੰਛੀ ਪ੍ਰੇਤ ਮੁਗਧ ਮੂਰਖ ਇਤਿਆਦਿਕ ਸਭ ਤਰ ਜਾਣਗੇ ਜਿਨ੍ਹਾਂ ਦੇ ਕੰਨੀ ਆਵਾਜ਼ ਪੈਣੀ ਹੈ ਬਾਣੀ ਦੀ। ਪਾਹਨ ਪਾਰ ਉਤਾਰੇ ਪੱਥਰਾਂ ਤੱਕ ਵੀ ਪਾਰ ਉਤਾਰਾ ਹੋ ਜਾਣਾ, ਉਹਨਾਂ ਨੂੰ ਵੀ ਮੁਕਤੀ ਬਖਸ਼ਣ ਦੀ ਤਾਕਤ ਸਭ ਤੇ ਵੱਡਾ ਸਤਿਗੁਰ ਨਾਨਕ ਰੱਖਦਾ ਹੈ। ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਸਤਨਾਮ।